देखो जी, मोदी सरकार एक प्राइवेटेशन ते बिल लैन जा रही है। ਜਿਹੜੇ ਨੈਸ਼ਨਲਾਈਜ਼ ਬੈਂਕ ਇਹਨਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ, ਉਹਦੇ ਅਗੇਂਸਟ ਅੱਜ ਸਾਰੇ ਨੈਸ਼ਨਲਾਈਜ਼ ਬੈਂਕ ਜਿੰਨੇ ਨੇ 10 ਲੱਖ ਮੁਲਾਜ਼ਮ ਦੇ ਕਰੀਬ ਅੱਜ ਹੜਤਾਲ ਤੇ ਨੇ। ਅੱਜ ਤੇ ਕੱਲ ਦੀ 16-17 ਦਸੰਬਰ ਦੀ ਹੜਤਾਲ ਤੇ ਨੇ। ਇਹ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ ਪ੍ਰਾਈਵੇਟੇਸ਼ਨ ਦੇ ਅਗੇਂਸਟ। ਟੋਟਲ ਜਿਹੜੀ ਬੈਂਕਿੰਗ ਇੰਡਸਟਰੀ ਦਾ 10 ਲੱਖ ਕਰੋੜ ਜਿਹੜਾ NPA ਹੈਗਾ। ਵੀ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਇੱਕ ਲੈਟਰ ਦਿੱਤੀ ਸੀਗੀ ਹਿੰਦੁਸਤਾਨ ਗੌਰਮੈਂਟ ਨੂੰ ਵੀ ਤੁਸੀਂ ਇੱਕ ਲਿਸਟ ਜਾਰੀ ਕਰੋ ਤਾਂ ਕਿ ਪਤਾ ਲੱਗ ਸਕੇ ਕਿਹੜੇ ਘਰਾਣਿਆਂ ਦੇ ਕੋਲ ਇੰਨਾ ਸਾਡਾ ਲੋਨ ਚਲਾ ਗਿਆ, ਬਕਾਇਆ ਵਾ ਤੇ ਉਹ ਦੇ ਨਹੀਂ ਰਹੇ ਤੇ ਉੱਤੋਂ ਹੀ ਹੋਰ ਦੇ ਰਹੇ ਉਹਨਾਂ, ਪਰ ਅਜੇ ਤੱਕ ਲਿਸਟ ਜਾਰੀ ਨਹੀਂ ਹੋਈ। 4-5 ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਬਾਰ-ਬਾਰ ਉਹਨਾਂ ਨੂੰ ਹੀ ਚੀਜ਼ਾਂ ਵੇਚੀ ਜਾ ਰਹੀਆਂ। ਅੱਜ ਅਡਾਨੀ ਆ, ਅਡਾਨੀ ਦੀ 2010 ਦੀ ਟਰਨਓਵਰ ਵੇਖੋ ਕਿੰਨੀ ਆ, ਅੱਜ 2021 ਦੇ ਵਿੱਚ ਉਹਦੀ ਟਰਨਓਵਰ ਕਿੰਨੀ ਆ। ਇੰਨਾ ਕਿ ਹੋਰ ਬਿਜ਼ਨਸਮੈਨ ਦਾ ਇੰਨਾ ਬਿਜ਼ਨਸ ਕਿਉਂ ਨਹੀਂ ਵੱਧ ਗਿਆ। ਜਿੱਦਾਂ ਕਿਸਾਨਾਂ ਦਾ ਸੰਘਰਸ਼ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕਾ ਸੀ, ਸਾਰੀ ਦੁਨੀਆ ਵੱਲੋਂ ਉਹਨਾਂ ਨੂੰ ਹਮਦਰਦੀ ਦਿੱਤੀ ਗਈ ਆ, ਉਹਨਾਂ ਨੂੰ ਸਪੋਰਟ ਕੀਤੀ ਗਈ ਆ। ਇੱਕ ਸੰਘਰਸ਼ ਹੋਰ ਤੁਹਾਨੂੰ ਵੇਖਣ ਨੂੰ ਮਿਲੇਗਾ, ਉਹ ਹੋਏਗਾ ਬੈਂਕ ਕਰਮਚਾਰੀ ਦਾ, ਜੇ ਇਹਨਾਂ ਨੇ ਬਿੱਲ ਲਿਆਂਦਾ। D4 न्यूज़ देख रहे तमाम दोस्तों को दीपक भंडारी का नमस्कार। देश भर में 2 दिनों के लिए सरकारी बैंकों के कर्मचारी हड़ताल पर हैं। इससे लाखों करोड़ों रुपए का लेन देन रुक गया है। आखिरकार बैंक एम्प्लॉइयों को हड़ताल क्यों करनी पड़ी, इसी को लेकर हम चर्चा करेंगे। हमारे विशेष कार्यक्रम के दौरान हमारे साथ हैं पंजाब एंड सिंध बैंक ऑफिसर फेडरेशन के चेयरमैन जसवंत सिंह काला। सत श्री अकाल काला साहब, D4 न्यूज़ चैनल ਤੁਹਾਡਾ स्वागत है। ਕਾਲਾ ਸਾਹਿਬ, ਅੱਜ ਹੜਤਾਲ 2 ਦਿਨਾਂ ਦੀ 16 ਤੇ 17 ਦਸੰਬਰ ਦੀ ਕੀ ਵੀ ਸਰਕਾਰਾਂ ਨਾਲ ਗੱਲ ਵੀ ਚੱਲਦੀ ਸੀ ਵੀ ਕੀ ਜ਼ਰੂਰਤ ਪਈ ਵੀ ਸਰਕਾਰੀ ਕਰਮਚਾਰੀਆਂ ਨੂੰ, ਜਿੰਨੇ ਵੀ ਬੈਂਕਾਂ ਦੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਨੂੰ ਹੜਤਾਲ ਕਰਨੀ ਪਈ? ਦੇਖੋ ਜੀ, ਮੋਦੀ ਸਰਕਾਰ ਇੱਕ ਪ੍ਰਾਈਵੇਟੇਸ਼ਨ ਤੇ ਬਿੱਲ ਲੈਣ ਜਾ ਰਹੀ ਹੈ। ਜਿਹੜੇ ਨੈਸ਼ਨਲਾਈਜ਼ ਬੈਂਕ ਇਹਨਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ, ਉਹਦੇ ਅਗੇਂਸਟ ਅੱਜ ਸਾਰੇ ਨੈਸ਼ਨਲਾਈਜ਼ ਬੈਂਕ ਜਿੰਨੇ ਨੇ 10 ਲੱਖ ਮੁਲਾਜ਼ਮ ਦੇ ਕਰੀਬ ਅੱਜ ਹੜਤਾਲ ਤੇ ਨੇ। ਅੱਜ ਤੇ ਕੱਲ ਦੀ 16-17 ਦਸੰਬਰ ਦੀ ਹੜਤਾਲ ਤੇ ਨੇ। ਇਹ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ ਪ੍ਰਾਈਵੇਟੇਸ਼ਨ ਦੇ ਅਗੇਂਸਟ। ਨਹੀਂ, ਕਿਉਂ ਮੋਦੀ ਸਰਕਾਰ ਕਿਉਂ ਬੈਂਕ ਪ੍ਰਾਈਵੇਟਾਈਜ਼ ਕਰਨਾ ਜਾ ਰਹੀ ਹੈ ਤੇ ਇਹਦਾ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ? ਇਹਦਾ ਤੁਹਾਨੂੰ ਕੀ ਨੁਕਸਾਨ ਹੈ? ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਜੀ। ਦੇਖੋ, ਇੱਕ ਤਾਂ ਜੋਬ ਸਿਕਿਉਰਿਟੀ ਕੋਈ ਨਹੀਂ ਹੈਗੀ ਇਹਦੇ ਵਿੱਚ। ਇਹਨਾਂ ਦਾ ਜਿਹੜਾ ਕਲਚਰ ਹੈ, ਡਿਫਰੈਂਟ ਕਲਚਰ ਹੈਗਾ ਪ੍ਰਾਈਵੇਟ ਬੈਂਕਾਂ ਦਾ। ਜਿਹੜਾ ਸਰਕਾਰੀ ਬੈਂਕ ਆ ਇਹ 'ਚ ਸੇਵਾ ਭਾਵਨਾ ਵਾਲੀ ਗੱਲ ਆ। 1980 ਦੇ ਵਿੱਚ ਜਦੋਂ ਬੈਂਕ ਨੈਸ਼ਨਲਾਈਜ਼ ਹੋਏ, ਉਸ ਵੇਲੇ ਉਹਨਾਂ ਦੀ ਇੱਕ ਸੋਚ ਸੀਗੀ ਸਰਕਾਰ ਦੀ ਵੀ ਹਰ ਇੱਕ ਗਰੀਬ ਵਰਗ ਨੂੰ ਆਪਾਂ ਬੈਂਕ ਦੇ ਨਾਲ ਜੋੜੀਏ, ਕਿਉਂਕਿ ਪ੍ਰਾਈਵੇਟ ਬੈਂਕ ਦੇ ਵਿੱਚ ਤੁਸੀਂ ਵੇਖਦੇ ਹੋ ਵੀ ਉਹ ਜਿਹੜਾ ਇੱਕ ਆਮ ਨਾਗਰਿਕ ਆ ਉਹ ਉੱਥੇ ਅਕਾਊਂਟ ਨਹੀਂ ਖੁਲਾ ਸਕਦਾ। ਮਿਨੀਮਮ ਚਾਰਜਸ 5000 10,000 ਮਿਨੀਮਮ ਬੈਲੈਂਸ। ਉਹ ਤੇ ਮੋਦੀ ਸਰਕਾਰ ਕਹਿੰਦੀ ਅਸੀਂ 12 ਕਰੋੜ ਜਨਤਨ ਦੇ ਖਾਤੇ ਖੋਲ੍ਹਤੇ ਜ਼ੀਰੋ ਬੈਲੈਂਸ ਤੇ। ਉਹ ਸਰਕਾਰੀ ਬੈਂਕਾਂ ਨੇ ਖੁੱਲ੍ਹੇ ਜੀ, 12 ਕਰੋੜ ਨਹੀਂ ਖੁੱਲ੍ਹੇ ਜਨਤਨ ਦੇ, 43 ਕਰੋੜ ਖਾਤੇ ਖੁੱਲ੍ਹੇ ਆ। ਉਹ 'ਚ 40 ਕਰੋੜ ਜਿਹੜੇ ਨੈਸ਼ਨਲਾਈਜ਼ ਬੈਂਕਾਂ ਨੇ ਖੋਲ੍ਹੇ ਆ ਤੇ 3 ਕਰੋੜ ਪ੍ਰਾਈਵੇਟ ਵਾਲਿਆਂ ਨੇ ਖੋਲ੍ਹੇ ਆ। ਅੱਛਾ, ਇੱਕ ਤਾਂ ਤੁਸੀਂ ਮਤਲਬ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਇੱਕ ਤਾਂ ਤੁਹਾਡੀ ਜੌਬ ਸਿਕਿਉਰ ਨਹੀਂ ਹੈਗੀ, ਤੁਸੀਂ ਦੱਸਿਆ, ਲੋਕਾਂ ਦੇ ਇਹਦਾ ਕੀ ਅਸਰ ਪਏਗਾ ਵੀ ਕੀ ਜਿਹੜੇ ਇਨਡਾਇਰੈਕਟ ਜਿਹੜੇ ਉਹਨਾਂ ਦੇ ਉੱਪਰ ਕੁਝ ਜਿਹੜੇ ਲਗਾ ਦਿੱਤੇ ਜਾਂਦੇ ਨੇ ਹਿਡਨ ਚਾਰਜਸ ਜਿਹਨੂੰ ਕਹਿੰਦੇ ਨੇ, ਉਹ ਵੱਧ ਜਾਣਗੇ? ਦੇਖੋ ਜੀ, ਇਹਦੇ 'ਚ ਮੇਨ ਜਿਹੜੀ ਇਹ ਆ, ਅਸੀਂ ਆਪਣੇ ਗ੍ਰਾਹਕਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਤੁਸੀਂ ਦੇਖਿਆ ਹੋਊਗਾ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟ ਬੈਂਕ ਜਿਹੜਾ ਇੱਕ ਮਹਾਰਾਸ਼ਟਰ ਦੇ ਵਿੱਚ ਫੇਲ ਹੋਇਆ, ਉਹਦੇ 'ਚ 80 90 ਲੱਖ ਰੁਪਈਆ ਸੀਗਾ ਲੋਕਾਂ ਦਾ ਜਿਹੜਾ ਡੁੱਬ ਗਿਆ। ਉਹਦੀ ਲਿਮਟ ਇਹਨਾਂ ਨੇ ਜਿਹੜੀ ਵਿਡਰੋਲ ਦੀ ਸੀ 20,000 ਤੋਂ ਉੱਪਰ ਨਹੀਂ ਰੱਖੀ। ਕਈਆਂ ਦੇ ਪਰਿਵਾਰਾਂ ਦੇ ਵਿੱਚ ਮੌਤਾਂ ਹੋਈਆਂ, ਕਈਆਂ ਨੂੰ ਹਾਰਟ ਅਟੈਕ ਹੋ ਗਿਆ, ਕਈਆਂ ਦੇ ਤੁਸੀਂ TV 'ਚ ਦੇਖਿਆ ਹੋਏਗਾ, ਕਈਆਂ ਦੇ ਹਸਬੈਂਡ ਉਹ ਕੈਂਸਰ ਦੇ ਪੇਸ਼ੈਂਟ ਸੀਗੇ, ਉਹਨਾਂ ਨੂੰ ਪੈਸੇ ਚਾਹੀਦੇ ਪਰ ਪੈਸੇ ਨਹੀਂ ਕਢਾ ਸਕੇ। ਇਹ ਪ੍ਰਾਈਵੇਟ ਬੈਂਕ ਦਾ। ਪਰ ਨੈਸ਼ਨਲ ਬੈਂਕ ਦੇ ਜਿਹੜੇ ਨੈਸ਼ਨਲਾਈਜ਼ ਬੈਂਕ ਨੇ ਉਹਨਾਂ 'ਚ ਤੁਹਾਨੂੰ ਇਹੋ ਜਿਹੀ ਕੋਈ ਉਦਾਹਰਨ ਨਹੀਂ ਮਿਲੇਗੀ। ਨਹੀਂ, ਇਹ ਆਖਿਰਕਾਰ ਮੇਰਾ ਸਵਾਲ ਇਹ ਸੀਗਾ ਵੀ ਸਰਕਾਰ ਕਿਉਂ ਪਿੱਛੇ ਪਈ ਹੋਈ ਹੈ ਵੀ ਸਰਕਾਰੀ ਏਜੰਸੀਆਂ ਨੂੰ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰ ਦਿੱਤਾ ਜਾਏ। ਜਿਵੇਂ ਕਿ ਹੋਰ ਵੀ ਦੇਖੋ, ਮੈਂ ਬੈਂਕਾਂ ਤੋਂ ਇਲਾਵਾ ਵੀ ਜੇ ਗੱਲ ਕਰੀਏ ਤਾਂ ਕਾਫੀ ਸਾਰੀਆਂ ਜਿਹੜੀਆਂ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕਿਉਂ? ਪਤਾ ਨਹੀਂ ਜੀ। ਦੇਖੋ, ਇਹ ਤਾਂ ਜਿਹੜੀ ਹੁਣ ਮੋਦੀ ਸਰਕਾਰ ਇਹਨਾਂ ਦੀ ਆਈਡੀਓਲੋਜੀ ਇਹ ਆ, ਸਭ ਕੁਝ ਪ੍ਰਾਈਵੇਟ ਕਰ ਦਿਓ। ਹੁਣ ਏਅਰਪੋਰਟ ਪ੍ਰਾਈਵੇਟ ਕਰੀ ਜਾਂਦੇ ਆ, ਹੁਣ ਬੈਂਕਾਂ ਦੇ ਦੁਆਲੇ ਹੋ ਗਏ ਆ ਵੀ ਇਹਨਾਂ ਨੂੰ ਬੈਂਕਾਂ ਨੂੰ ਪ੍ਰਾਈਵੇਟ ਕਰਨਾ।
ਉਹਦੇ ਅਗੇਂਸਟ ਤੇ ਅਸੀਂ ਆਪਣੇ ਜਿਹੜੇ ਗ੍ਰਾਹਕਾਂ ਉਹਨਾਂ ਦਾ ਪੈਸਾ ਸੁਰੱਖਿਅਤ ਰੱਖਣਾ ਵਾ। ਹੁਣ ਨਵੇਂ ਬੱਚੇ ਨੇ ਜਿਹੜੇ ਇੱਥੇ ਅੱਜ ਤੋਂ 2-2 2.5 ਸਾਲ ਪਹਿਲਾਂ ਟੈਸਟ ਕਲੀਅਰ ਕਰਕੇ ਬੈਂਕ ਦੇ ਵਿੱਚ ਆਏ ਸੇਵਾ ਕਰਨ ਵਾਸਤੇ, ਉਹਨਾਂ ਨੂੰ ਹੋਰ ਵੀ ਬੜੀਆਂ ਆਪਸ਼ਨਾਂ ਸੀਗੀਆਂ, ਉੱਧਰ ਵੀ ਜਾ ਸਕਦੇ ਸੀ, ਪਰ ਹੁਣ ਉਹ ਸਰਕਾਰੀ ਬੈਂਕ 'ਚ ਆ ਕੇ ਪ੍ਰਾਈਵੇਟ ਦਾ ਸਾਹਮਣਾ ਕਰਨਗੇ। ਅੱਛਾ, ਹੁਣ ਤੁਸੀਂ ਜਿਵੇਂ ਕਿਹਾ ਵੀ ਅਸੀਂ ਸੁਰੱਖਿਅਤ ਕਰਨਾ ਹੈ ਆਪਣੇ ਗ੍ਰਾਹਕ ਦਾ ਜਿਹੜਾ ਭਵਿੱਖ ਹੈ ਜਾਂ ਉਹਦੇ ਪੈਸੇ ਨੂੰ ਸਿਕਿਉਰ ਕਰਨਾ ਹੈ। ਹੁਣ ਮੋਦੀ ਸਰਕਾਰ ਨੇ ਇੱਕ ਨਵਾਂ ਜਿਹੜਾ ਲਾਅ ਲਿਆਂਦਾ ਵੀ ਪਹਿਲੇ ਸੀਗਾ ਵੀ ਬੈਂਕ ਜੇ ਡੁੱਬ ਜਾਂਦਾ ਤੇ 1 ਲੱਖ ਰੁਪਏ ਮਿਲੇਗਾ, ਹੁਣ ਕਹਿੰਦੇ ਜੀ ਬੈਂਕ ਜੇ ਡੁੱਬਦਾ ਤੇ 5 ਲੱਖ ਮਿਲੇਗਾ। ਪਰ ਮੇਰਾ ਇਹਦੇ ਨਾਲ ਸਵਾਲ ਹੈ, ਮੰਨ ਲਓ ਕਿਸੇ ਦਾ 50 ਲੱਖ ਰੁਪਇਆ ਜਮ੍ਹਾਂ ਹੈ ਤੇ ਬੈਂਕ ਡੁੱਬਦਾ ਹੈ, ਉਹਨੂੰ 5 ਲੱਖ ਹੀ ਕਿਉਂ ਮਿਲੇਗਾ? ਬਸ ਇਹੀ ਆ ਜੀ, ਦੇਖੋ ਇਹ ਪਹਿਲਾਂ ਲੱਖ ਰੁਪਇਆ ਸੀ, ਉਹ ਤੋਂ ਵਧਾ ਕੇ ਇਹਨਾਂ ਨੇ 5 ਲੱਖ ਕੀਤਾ। ਪਰ ਇਹਨੂੰ ਸੀਰੀਅਸ ਲੈਣਾ ਚਾਹੀਦਾ, ਜਿੱਦਾਂ ਇਹ ਪ੍ਰਾਈਵੇਟੇਸ਼ਨ ਦੇ ਵਿੱਚ ਜਾ ਰਹੇ ਆ, ਇਹ ਕੱਲ ਨੂੰ ਕੁਝ ਵੀ ਕਰ ਸਕਦੇ ਆ, ਇਹ ਹੱਦ ਤੱਕ ਵੀ ਜਾ ਸਕਦੇ। ਮਤਲਬ ਇਹਦਾ ਮਤਲਬ ਤੁਹਾਨੂੰ ਕੀ ਲੱਗ ਰਿਹਾ? ਦੇਖੋ ਤੁਸੀਂ ਪੂਰੇ ਤੁਸੀਂ ਚੇਅਰਮੈਨ ਹੋ ਇੱਕ ਬੈਂਕ ਦੇ, ਤੇ ਤੁਹਾਨੂੰ ਕੀ ਲੱਗ ਰਿਹਾ ਵੀ ਲੋਕਾਂ ਨੂੰ ਪ੍ਰਪੇਅਰ ਕੀਤਾ ਜਾ ਰਿਹਾ ਵੀ ਤੁਹਾਡੇ ਪੈਸੇ ਜੇ ਇੰਨੇ ਵੀ ਪਏ ਆ ਵੀ ਕੱਲ ਨੂੰ ਬੈਂਕ ਡੁੱਬ ਸਕਦਾ ਹੈ ਤੇ ਤੁਹਾਨੂੰ ਮਿਲੇਗਾ 5 ਲੱਖ ਹੀ? ਬਿਲਕੁਲ, ਇਹਦੇ ਹੁਣ ਮੋਦੀ ਸਰਕਾਰ ਦੀ ਆਪਣੀ ਹੈਗੀ ਹੈ, ਲੱਖ ਦਾ 5 ਲੱਖ ਕਰਤਾ ਵਾ। ਜੇ ਪ੍ਰਾਈਵੇਟ ਕਰਕੇ ਉਹਨੂੰ ਕੋਈ ਪੁੱਛਣ ਵਾਲੇ, ਸਰਕਾਰੀ ਬੈਂਕਾਂ 'ਚ ਇਹ ਕੰਮ ਨਹੀਂ ਹੋ ਸਕਦਾ, ਸਰਕਾਰੀ ਬੈਂਕ 'ਚ ਨਹੀਂ ਇਹ ਕੰਮ ਹੋ ਸਕਦਾ। ਅੱਛਾ, ਇਹ ਕਿੰਨਾ ਸੱਚ ਹੈ ਵੀ 2019-20 ਦੇ ਵਿੱਚ 2,80,000 ਕਰੋੜ ਰੁਪਇਆ ਜਿਹੜਾ ਡੁੱਬ ਗਿਆ ਹੈ ਬੈਂਕਾਂ ਦਾ, NP ਹੋ ਗਿਆ, ਯਾਨੀ ਕਿੰਨਾ ਸੱਚ ਹੈ ਇਹਦੇ 'ਚ? ਕਾਫੀ ਸੱਚ ਹੈ ਜੀ, ਇਹ 'ਚ ਕਾਫੀ ਸੱਚ ਹੈ। ਜਿਹੜੇ ਕਾਰਪੋਰੇਟ ਘਰਾਣੇ ਦੇ ਆ, ਉਹਨਾਂ ਨੂੰ ਰਿਪੇਟਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਲੋਨ ਉਹਨਾਂ ਦੇ ਖਰਾਬ ਹੁੰਦੇ ਆ, ਉਹਨਾਂ ਨੂੰ ਦੁਬਾਰਾ ਫਿਰ ਲੋਨ ਦਿੱਤੇ ਜਾ ਰਹੇ ਆ। ਇਹ ਲੋਨ ਕੌਣ ਦੇ ਰਿਹਾ? ਇਹ ਪ੍ਰਾਈਵੇਟ ਬੈਂਕ ਦੇ ਰਹੇ ਜਾਂ ਨੈਸ਼ਨਲਾਈਜ਼ ਬੈਂਕ ਦੇ ਰਹੇ ਹੈ? ਪ੍ਰਾਈਵੇਟ ਬੈਂਕ ਜ਼ਿਆਦਾ ਦੇ ਰਹੇ ਆ। ਤੇ ਤੁਹਾਡੇ ਦੇ ਉੱਪਰ ਵੀ ਪ੍ਰੈਸ਼ਰ ਰਹਿੰਦਾ ਹੈ ਕਿਤੇ? ਮਤਲਬ ਦੇਖੋ, ਨੈਸ਼ਨਲਾਈਜ਼ ਬੈਂਕ ਦੇ ਉੱਪਰ ਵੀ ਪ੍ਰੈਸ਼ਰ ਰਹਿੰਦਾ ਹੈ, ਕਿਉਂਕਿ ਤੁਹਾਡੀ ਜੇ ਤੁਸੀਂ ਮੈਨੇਜਰ ਹੋ ਜਾਂ ਸੀਨੀਅਰ ਮੈਨੇਜਰ ਹੋ ਜਾਂ ਚੀਫ ਮੈਨੇਜਰ ਹੋ, ਤੁਹਾਡੀ ਤੇ ਇੱਕ ਲਿਮਟ ਆ, 50 ਲੱਖ ਲੋਨ ਕਰੋਗੇ ਜਾਂ 1 ਕਰੋੜ ਤੱਕ ਲੋਨ ਕਰੋਗੇ, ਉਸ ਤੋਂ ਉੱਪਰ ਤਾਂ ਇੱਕ ਫਿਰ ਜਿਹੜੀ ਡਾਇਰੈਕਟਰ ਲੈਵਲ ਦੀ ਆ ਗਈ, ਫਿਰ ਚੇਅਰਮੈਨ ਦੀ ਅਪਰੋਚ ਦੇ ਹੱਥ 'ਚ ਆ ਜਾਂਦਾ ਜਾਂ ਇੱਕ ਕਮੇਟੀ ਦੇ ਹੱਥ 'ਚ ਆ ਜਾਂਦਾ ਹੈ। ਤੇ ਇਹ ਕਿਵੇਂ ਹੋ ਰਿਹਾ ਸਾਰਾ ਇੱਕ ਗੋਲਮਾਲ? ਦੇਖੋ ਜੀ, ਇਹ ਅਲੱਗ-ਅਲੱਗ ਡੈਜੀਨੇਸ਼ਨ ਦੇ ਹਿਸਾਬ ਦੇ ਨਾਲ ਪਾਵਰਾਂ ਦਿੱਤੀਆਂ ਗਈਆਂ ਨੇ। ਜਿੱਦਾਂ ਮੈਨੇਜਰ ਦੀ 25 ਲੱਖ ਆ, ਸੀਨੀਅਰ ਮੈਨੇਜਰ ਦੀ 50 ਲੱਖ ਆ। ਉਹੀ ਮੇਰਾ ਸਵਾਲ ਹੈ ਨਾ ਜੀ। ਹਾਂਜੀ, ਕਰੋੜ ਆ। ਉਸ ਤੋਂ ਗਾਂ ਸਾਡੀ ਇੱਕ ਜ਼ੋਨਲ ਆਫਿਸ ਹੁੰਦੇ ਨੇ, ਜਿੱਦਾਂ ਰੀਜਨਲ ਆਫਿਸ ਹੁੰਦੇ ਨੇ ਬੈਂਕਾਂ ਦੇ ਵਿੱਚ, ਉਹਨਾਂ ਤੋਂ ਉੱਪਰ ਚੱਲ ਜਾਓ 3-4 ਕਰੋੜ ਤੋਂ ਉੱਪਰ ਜਿਹੜੀ ਆ ਹੈੱਡ ਆਫਿਸ ਲੈਵਲ ਦੀ ਪਾਵਰ ਆ। ਹੈੱਡ ਆਫਿਸ ਫਿਰ ਬੋਰਡ 'ਚੋਂ ਪਾਸ ਹੁੰਦੇ ਆ, ਇਸ ਤਰ੍ਹਾਂ ਹੁੰਦੇ। ਨਹੀਂ, ਪਰ ਇਹ 2,80,000 ਕਰੋੜ ਜੇ 1 ਸਾਲ 'ਚ NP ਹੋ ਗਿਆ ਤੇ ਬਹੁਤ ਵੱਡੀ ਅਮਾਊਂਟ ਆ। ਬਹੁਤ ਵੱਡੀ। ਇਹ ਤੇ ਦੇਸ਼ ਨੂੰ, ਇਹਦਾ ਨੁਕਸਾਨ ਦੇਸ਼ ਨੂੰ ਹੋ ਰਿਹਾ। ਤੇ ਸਰਕਾਰਾਂ ਕੀ ਗੱਲ, ਅਦਰਵਾਈਜ਼ ਤੇ ਵੱਡੇ ਵਿਗਿਆਪਨ ਦੇ ਦਿੰਦੀਆਂ, ਇਸ਼ਤਿਹਾਰ ਦੇ ਦਿੰਦੀਆਂ ਵੀ ਅਸੀਂ ਇਹ ਕਰ ਦਿੱਤਾ, ਤੇ ਇਹ ਨਹੀਂ ਦੱਸਿਆ ਵੀ ਕੌਣ ਲੋਕ ਸਾਡਾ 2,80,000 ਕਰੋੜ ਰੁਪਇਆ ਮਾਰ ਗਏ ਤੇ ਕਿਉਂ ਮਾਰ ਗਏ, ਉਹਦੇ ਲਈ ਜ਼ਿੰਮੇਦਾਰ ਕੌਣ ਹੈ, ਤੇ ਉਹਨੂੰ ਰਿਕਵਰੀ ਕਰਨ ਵਾਸਤੇ ਕੀ ਕੀਤਾ ਜਾ ਰਿਹਾ ਹੈ? ਦੇਖੋ ਜੀ, ਅਸੀਂ ਪਹਿਲਾਂ ਵੀ ਜਿਹੜੀ ਪਿਛਲੀ ਸਟ੍ਰਾਈਕ ਹੋਈ ਸੀ, ਉਹਦੇ ਵਿੱਚ ਵੀ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ, ਉਹਨਾਂ ਨੇ ਇੱਕ ਲੈਟਰ ਦਿੱਤੀ ਸੀਗੀ ਹਿੰਦੁਸਤਾਨ ਗੌਰਮੈਂਟ ਨੂੰ ਵੀ ਤੁਸੀਂ ਇੱਕ ਲਿਸਟ ਜਾਰੀ ਕਰੋ ਵੀ ਜਿਨ੍ਹਾਂ ਦੇ ਹਜ਼ਾਰਾਂ ਕਰੋੜ, ਲੱਖਾਂ ਕਰੋੜ ਜਿਨ੍ਹਾਂ ਨੇ ਲੋਨ ਲਿਆ ਵਾ ਤੇ ਉਹ ਵਾਪਸ ਨਹੀਂ ਦੇ ਰਹੇ, ਉਹਦੀ ਲਿਸਟ ਜਾਰੀ ਕਰੋ ਤਾਂ ਕਿ ਪਤਾ ਲੱਗ ਸਕੇ ਕਿਹੜੇ ਘਰਾਣਿਆਂ ਦੇ ਕੋਲ ਇੰਨਾ ਸਾਡਾ ਲੋਨ ਚਲਾ ਗਿਆ, ਬਕਾਇਆ ਵਾ, ਤੇ ਉਹ ਦੇ ਨਹੀਂ ਰਹੇ ਤੇ ਉੱਤੋਂ ਅਸੀਂ ਹੋਰ ਦੇ ਰਹੇ ਉਹਨਾਂ ਨੂੰ, ਪਰ ਅਜੇ ਤੱਕ ਲਿਸਟ ਜਾਰੀ ਨਹੀਂ ਹੋਈ। ਅੱਛਾ, ਸਰਕਾਰ ਉਹਨਾਂ ਦੇ ਨਾਮ ਵੀ ਸਾਰਵਜਨਿਕ ਨਹੀਂ ਕਰਨਾ ਚਾਹੁੰਦੀ ਜਿਨ੍ਹਾਂ ਨੇ ਲੱਖਾਂ ਕਰੋੜ ਰੁਪਇਆ ਖਾ ਲਿਆ। ਬਿਲਕੁਲ ਜੀ। ਤੇ ਇਹਦੇ ਪਿੱਛੇ ਤੇ ਮਨਸ਼ਾ ਤਾਂ ਸਾਫ਼ ਦਿਖ ਰਹੀ ਹੈ ਨਾ ਸਰਕਾਰ ਦੀ, ਵੀ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਬਿਲਕੁਲ ਸਹੀ ਗੱਲ। ਅੱਛਾ, ਇੱਕ ਮੈਨੂੰ ਜਿੱਥੋਂ ਤੱਕ ਮੇਰੀ ਨੌਲੇਜ ਹੈ, ਕਹਿੰਦੀ ਵੀ ਜਿਹੜੇ ਬੈਂਕਾਂ ਦਾ ਮਤਲਬ ਲੱਖਾਂ ਕਰੋੜ ਰੁਪਏ, ਤੇ 1 ਸਾਲ ਦੀ ਗੱਲ ਕੀਤੀ ਨਾ ਜਿਹੜੀ ਸੀ 2,80,000 ਕਰੋੜ, ਇਸ ਤੋਂ ਪਹਿਲੇ ਜੇ ਅਸੀਂ ਚਲੇ ਜਾਈਏ ਕਰੀਬ 10 ਲੱਖ ਕਰੋੜ ਰੁਪਇਆ ਜਿਹੜਾ NP ਹੋ ਚੁੱਕਾ ਹੈ। ਬਿਲਕੁਲ ਜੀ, 10 ਲੱਖ ਕਰੋੜ NP ਹੋ ਚੁੱਕਾ। ਉਹ ਨੈਸ਼ਨਲਾਈਜ਼ਡ ਬੈਂਕਾਂ ਦਾ ਜਾਂ ਉਹ ਵੀ ਪ੍ਰਾਈਵੇਟ ਬੈਂਕ? ਟੋਟਲ ਬੈਂਕਿੰਗ ਇੰਡਸਟਰੀ ਦਾ 10 ਲੱਖ ਕਰੋੜ ਆ ਜੀ। ਨਹੀਂ, ਉਹਦੇ 'ਚ ਕਿੰਨੀ ਪਰਸੈਂਟੇਜ ਹੈ ਅਸੀਂ ਜੇ ਗੱਲ ਕਰੀਏ ਨੈਸ਼ਨਲਾਈਜ਼ਡ ਦੀ? ਤੇ ਐਗਜ਼ੈਕਟ ਫਿਗਰ ਤੇ ਨਹੀਂ ਮੈਂ ਦੱਸ ਸਕਦਾ, ਪਰ ਟੋਟਲ ਜਿਹੜੀ ਬੈਂਕਿੰਗ ਇੰਡਸਟਰੀ ਦਾ 10 ਲੱਖ ਕਰੋੜ ਜਿਹੜਾ NPA ਹੈਗਾ। ਉਹ ਗੱਲ ਫਿਰ ਉਹੀ ਆ ਗਈ ਵੀ 10 ਲੱਖ ਕਰੋੜ ਰੁਪਇਆ ਕੌਣ ਖਾ ਗਏ? ਸਰਕਾਰ ਉਹਨਾਂ ਦੇ ਨਾਮ ਵੀ ਸਾਰਵਜਨਿਕ ਨਹੀਂ ਕਰਨਾ ਚਾਹੁੰਦੀ। ਅਸੀਂ ਉਹਨਾਂ ਨੂੰ ਲੈਟਰ ਵੀ ਦਿੱਤੀ ਆ, ਅਸੀਂ ਉਹਨਾਂ ਨੂੰ ਆਪਣੀ ਆਰਗੇਨਾਈਜੇਸ਼ਨ ਵੱਲੋਂ ਲੈਟਰ ਵੀ ਦਿੱਤੀ ਵੀ ਇਹਨਾਂ ਦੇ ਨਾਂ ਜਿਹੜੇ ਆ ਪਬਲਿਕਲੀ ਇਹਨਾਂ ਨੂੰ ਅਨਾਉਂਸ ਕਰੋ, ਪਰ ਉਹ ਨਹੀਂ ਕਰ ਰਹੇ ਅਜੇ ਤੱਕ। ਮਤਲਬ ਲਿਖ ਕੇ ਤੁਸੀਂ ਬਾਰ-ਬਾਰ ਲਿਖ ਰਹੇ ਹੋ, ਇਹਦੇ ਬਾਵਜੂਦ ਜਿਹੜੀ ਸਰਕਾਰ ਹੈ ਇੱਧਰ ਧਿਆਨ ਨਹੀਂ ਦੇ ਰਹੀ। ਤੇ ਕੀ ਸਮਝਦੇ ਹੋ ਵੀ ਉਹਨਾਂ ਦੇ ਨਾਮ ਕਿਉਂ ਛੁਪਾਉਣਾ ਚਾਹ ਰਹੀ ਸਰਕਾਰ, ਵੀ ਤਾਂ ਕਿ ਵੀ ਇਹ ਲੁੱਟਣ ਹੋਰ ਲੁੱਟੀ ਜਾਣ? ਮਨਸ਼ਾ ਸਾਫ਼ ਆ। ਜਿਹੜੇ ਪ੍ਰੋਫਿਟੇਬਲ ਜਿਹੜੇ ਅਦਾਰੇ ਆ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਜਾ ਰਹੀ ਆ। 4-5 ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਬਾਰ-ਬਾਰ ਉਹਨਾਂ ਨੂੰ ਹੀ ਚੀਜ਼ਾਂ ਵੇਚੀ ਜਾ ਰਹੀਆਂ। ਅੱਜ ਅਡਾਨੀ ਆ, ਅਡਾਨੀ ਦੀ 2010 ਦੀ ਟਰਨਓਵਰ ਵੇਖੋ ਕਿੰਨੀ ਆ, ਅੱਜ 2021 ਦੇ ਵਿੱਚ ਉਹਦੀ ਟਰਨਓਵਰ ਕਿੰਨੀ ਆ। ਇੰਨਾ ਕਿ ਹੋਰ ਬਿਜ਼ਨਸਮੈਨ ਦਾ ਇੰਨਾ ਬਿਜ਼ਨਸ ਕਿਉਂ ਨਹੀਂ ਵੱਧ ਗਿਆ? ਉਹਦੇ ਮਨਸ਼ਾ ਤੇ ਸਾਫ਼ ਆ।
ਵੀ ਇਹ ਅਮੀਰ ਅਮੀਰ ਹੁੰਦਾ ਜਾ ਰਿਹਾ, ਗਰੀਬ ਗਰੀਬ ਹੁੰਦਾ ਜਾ ਰਿਹਾ। ਨਹੀਂ, ਇਸ ਤਰ੍ਹਾਂ ਤੇ ਦੇਸ਼ ਡੁੱਬ ਜਾਏਗਾ ਇੱਕ ਦਿਨ ਨੂੰ, ਜੇ ਬੈਂਕਿੰਗ ਇੰਡਸਟਰੀ ਖਤਮ ਹੋ ਗਈ, ਬੈਂਕ ਡੁੱਬ ਗਏ, ਜਿਵੇਂ ਕਿ ਦੱਸਿਆ ਜਾ ਰਿਹਾ, ਜਿਵੇਂ ਤੁਸੀਂ ਦੱਸ ਰਹੇ ਹੋ ਕਰਜ਼ਾ, ਮੰਨ ਲਓ ਮੇਰਾ ਪੈਸਾ ਬੈਂਕ 'ਚ ਪਿਆ ਹੈ, ਮੈਂ ਇੱਕ ਸੀਨੀਅਰ ਸਿਟੀਜ਼ਨ ਕੀ ਕਰਦਾ ਜਦੋਂ ਰਿਟਾਇਰ ਹੋ ਜਾਂਦਾ, ਉਹਦੇ ਕੋਲ ਇੱਕੋ ਹੀ ਉਮੀਦ ਹੈ ਕਿ ਉਹ FD ਕਰਾਉਂਦਾ ਬੈਂਕ ਦੀ, ਤਾਂ ਉਹਨੂੰ ਵਿਆਜ ਆਉਂਦਾ, ਤੇ ਫਿਰ ਉਹ ਕੀ ਕਰੇਗਾ ਕਿੱਥੇ ਜਾਏਗਾ, ਕੀ ਸਿਕਿਉਰਿਟੀ ਉਹਦੀ? ਬਸ ਉਹਦੇ ਕਰਕੇ ਤੇ ਸਾਡੀ ਲੜਾਈ ਚੱਲਣ ਡਈ ਹੈ ਜੀ, ਵੀ ਅਸੀਂ ਇਹ ਚੀਜ਼ ਨੂੰ ਬਚਾ ਕੇ ਰੱਖੀਏ। ਹੁਣ ਤੱਕ ਆਫਟਰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ 732 ਬੈਂਕ ਜਿਹੜੇ ਪ੍ਰਾਈਵੇਟ ਆ ਬੰਦ ਹੋ ਚੁੱਕੇ ਆ, ਫੇਲ ਹੋ ਚੁੱਕੇ ਆ। ਸਰਕਾਰੀ ਦੀ ਇੱਕ ਉਦਾਹਰਨ ਨਹੀਂ ਤੁਹਾਨੂੰ ਮਿਲੇਗੀ। ਨਹੀਂ, ਪਿੱਛੇ ਜੇ ਇੱਕ ਬੈਂਕ ਵੀ ਹੋਇਆ ਸੀਗਾ, ਮੈਂ ਨਾਮ ਤਾਂ ਨਹੀਂ ਲਊਂਗਾ ਉਹਦਾ, ਉਹਨੂੰ ਫਿਰ SBI ਸਿਟ ਨਹੀਂ, ਉਹ ਮਰਜ ਹੋਏ ਆ, ਉਹ ਫੇਲ ਨਹੀਂ ਹੋਏ, ਉਹ ਮਰਜ ਹੋਏ ਆ, ਉਹ ਫੇਲ ਨਹੀਂ ਹੋਏ ਬੈਂਕ, ਉਹ ਮਰਜ ਹੋਏ। ਨਹੀਂ, ਹੁਣ ਵੀ ਤਾਂ ਸਰਕਾਰ ਕਹਿ ਰਹੀ ਨਾ ਜੀ ਕੁਝ ਬੈਂਕਾਂ ਨੂੰ ਮਰਜ ਕਰਦੀ ਹੈ। ਮਰਜ ਨਹੀਂ, ਇਹ ਪ੍ਰਾਈਵੇਟ ਕਰ ਰਹੇ ਆ। ਮਤਲਬ ਟੋਟਲ ਇਹਨਾਂ ਦੀ ਕਦੋਂ ਤੱਕ ਪਲਾਨਿੰਗ ਹੈ ਵੀ ਇਹਨੂੰ ਪ੍ਰਾਈਵੇਟ ਕਰਤਾ ਜਾਵੇ? ਦੇਖੋ ਬਿੱਲ ਆ ਰਹੇ, ਹੁਣ ਇਹਨਾਂ ਦਾ ਬਿੱਲ ਬਣਾ ਲਿਆ ਵਾ, ਜਿਹੜਾ ਸਾਨੂੰ ਪਤਾ ਲੱਗਾ ਵੀ ਇਹਨਾਂ ਨੇ ਬਿੱਲ ਬਣਾ ਲਿਆ, ਬਿੱਲ ਐਕਾ ਉਹਨਾਂ ਨੇ ਸੈਸ਼ਨ ਦੇ ਵਿੱਚ ਪੇਸ਼ ਕਰਨਾ ਵਾ। ਤੇ ਸਾਡੀ ਜਿਹੜੀ ਸਾਡੇ ਉੱਪਰ ਲੀਡਰ ਸਾਹਿਬਾਨ ਨੇ, ਜਿਹੜਾ ਸਾਡਾ ਯੂਨਾਈਟਿਡ ਫੋਰਮ ਬਣਿਆ, ਵਰਕਮੈਨ ਯੂਨੀਅਨ ਦਾ ਆਫਿਸਰ ਦਾ, ਇਹਨਾਂ ਦਾ ਜਿਹੜਾ ਫਰੰਟ ਬਣਿਆ, ਇਹਨਾਂ ਨੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਆ ਵੀ ਜੇ ਤੁਸੀਂ ਬਿੱਲ ਲੈ ਕੇ ਆਏ ਤੇ ਅਸੀਂ ਫਿਰ ਇਨਡੈਫੀਨਿਟ ਸਟ੍ਰਾਈਕ ਤੇ ਵੀ ਜਾ ਸਕਦੇ ਹਾਂ। ਅੱਛਾ, ਉਸ ਤਰ੍ਹਾਂ ਦਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ 3 ਕ੍ਰਿਸ਼ੀ ਕਾਨੂੰਨਾਂ ਦਾ ਬਿੱਲ ਲਿਆਂਦਾ ਸੀਗਾ, ਕਿਸੇ ਨੂੰ ਪੁੱਛਿਆ ਨਹੀਂ ਗਿਆ ਸੀਗਾ। ਬਿਲਕੁਲ ਜੀ, ਮਤਲਬ ਜੋ ਪ੍ਰਾਈਵੇਟਾਈਜ਼ ਐਸਾ ਕਿਹਾ ਜਾ ਰਿਹਾ ਹੈ, ਐਸੀ ਚਰਚਾਵਾਂ ਹੈ ਕਿ ਉਹ ਜੋ ਉਹਨਾਂ ਨੇ ਕਾਰਪੋਰੇਟ ਸੈਕਟਰ ਨੇ ਜੋ ਬਿੱਲ ਤਿਆਰ ਕਰਕੇ ਦਿੱਤੇ, ਇਹਨਾਂ ਨੇ ਉੱਦਾਂ ਇੰਪਲੀਮੈਂਟ ਕਰਤਾ। ਇਸ ਤਰ੍ਹਾਂ ਹੀ ਬੈਂਕਿੰਗ ਇੰਡਸਟਰੀ ਨੂੰ ਵੀ ਮਤਲਬ ਤਬਾਹ ਕਰਨ ਵਾਸਤੇ ਜੇ ਕਿਹਾ ਜਾਏ ਉਸ ਤਰ੍ਹਾਂ ਦਾ ਬਿੱਲ ਲਿਆਂਦਾ। ਜਿੱਦਾਂ ਕਿਸਾਨਾਂ ਦਾ ਸੰਘਰਸ਼ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕਾ ਸੀ, ਸਾਰੀ ਦੁਨੀਆ ਵੱਲੋਂ ਉਹਨਾਂ ਨੂੰ ਹਮਦਰਦੀ ਦਿੱਤੀ ਗਈ ਆ, ਉਹਨਾਂ ਨੂੰ ਸਪੋਰਟ ਕੀਤੀ ਗਈ ਆ। ਇੱਕ ਸੰਘਰਸ਼ ਹੋਰ ਤੁਹਾਨੂੰ ਵੇਖਣ ਨੂੰ ਮਿਲੇਗਾ, ਉਹ ਹੋਏਗਾ ਬੈਂਕ ਕਰਮਚਾਰੀ ਦਾ, ਜੇ ਇਹਨਾਂ ਨੇ ਬਿੱਲ ਲਿਆਂਦਾ ਤੇ। ਅੱਛਾ, ਮੇਰੀ ਇਹ ਸਮਝ 'ਚ ਨਹੀਂ ਆਈ ਵੀ ਆਖਿਰਕਾਰ ਸਰਕਾਰ, ਜਿਵੇਂ ਤੁਸੀਂ ਦੱਸਿਆ ਵੀ ਅਸੀਂ ਉਹਨਾਂ ਦੇ ਬਾਰ-ਬਾਰ ਉਹਨਾਂ ਦੇ ਨਾਮ ਮੰਗ ਰਹੇ ਹਾਂ ਵੀ ਉਹਨਾਂ ਦੇ ਨਾਮ ਉਜਾਗਰ ਕੀਤੇ ਜਾਣ, ਤਾਂ ਕਿ ਜਿਹੜਾ ਪੈਸਾ ਡੁੱਬਿਆ ਉਹ ਤੇ ਡੁੱਬਿਆ ਹੀ ਹੈ, ਵੀ ਹੋਰ ਪੈਸੇ ਨੂੰ ਡੁੱਬਣ ਨੂੰ ਬਚਾਇਆ ਜਾਵੇ। ਉਹ ਉਹਨਾਂ ਦੇ ਨਾਮ ਸਾਰਵਜਨਿਕ ਨਹੀਂ ਕਰ ਰਹੀ। ਨੰਬਰ 1 ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਕੀ ਤੁਹਾਡੀ ਐਸੋਸੀਏਸ਼ਨ ਇਸੇ ਚੀਜ਼ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਏਗੀ? ਕਿਉਂਕਿ ਸਰਕਾਰ ਦੀ ਮਨਸ਼ਾ ਠੀਕ ਨਹੀਂ ਹੈ ਤੇ ਸੁਪਰੀਮ ਕੋਰਟ ਹੀ ਇੱਕਮਾਤਰ ਹੱਲ ਰਹਿ ਜਾਂਦਾ ਹੈ। ਦੇਖੋ ਜੀ, ਹੁਣ ਅਗਲਾ ਤੇ ਜਿਹੜਾ ਕਦਮ ਹੋਏਗਾ ਉਹੀ ਹੋਏਗਾ, ਕਿਉਂਕਿ ਇਹਨਾਂ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਅਜੇ ਤੱਕ ਉਹ ਜਿਹੜੇ ਆ ਸਾਰਵਜਨਿਕ ਨਹੀਂ ਕੀਤੇ। ਤੇ ਹੁਣ ਜਿਹੜੀ ਸਾਡੀ ਅਪੈਕਸ ਬੋਡੀ ਆ ਉਹ ਕੋਰਟ 'ਚ ਵੀ ਜਾ ਸਕਦੀ, ਮਤਲਬ ਕੋਰਟ 'ਚ ਜਾਏਗੀ ਤਾਂ ਕਿ ਨਾਮ ਸਾਰਵਜਨਿਕ ਕੀਤੇ ਜਾਣ ਜਿਨ੍ਹਾਂ ਨੇ ਪੈਸਾ ਖਾਧਾ ਹੈ। ਬਿਲਕੁਲ। ਅੱਛਾ, ਤੁਸੀਂ ਦੇਖੋ, ਇੱਕ ਤਾਂ ਇਹਦੇ ਜਦੋਂ ਪ੍ਰਾਈਵੇਟਾਈਜ਼ ਬੈਂਕ ਹੋ ਜਾਂਦੇ ਆ, ਇੱਕ ਤਾਂ ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਆ, ਜਿਹੜਾ ਯੂਥ ਆਉਂਦਾ ਹੈ, ਮਤਲਬ ਯੂਥ ਨੂੰ ਇੱਕ ਅਸੀਂ ਫਿਰ ਗੁਲਾਮੀ ਵੱਲ ਧਕੇਲ ਰਹੇ ਹਾਂ। ਤੁਹਾਨੂੰ ਕੀ ਲੱਗਦਾ? ਟਾਰਗੇਟ ਦੇਖੋ, ਬੈਂਕ ਦਾ ਕੰਮ ਤੇ ਅਸੀਂ ਕਰਨ ਨੂੰ ਤਿਆਰ ਹਾਂ, ਲੋਕਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ। ਨਹੀਂ, ਮੇਰਾ ਸਵਾਲ ਹੈ ਵੀ ਜਿਹੜਾ ਨਵਾਂ ਯੂਥ ਆਉਂਦਾ, ਜਦੋਂ ਪ੍ਰਾਈਵੇਟਾਈਜ਼ੇਸ਼ਨ ਹੋ ਜਾਂਦੀ ਤੇ ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਨਾ, ਜੀ ਤੁਸੀਂ ਇੰਨੇ ਖਾਤੇ ਖੋਲ੍ਹਣੇ, 1 ਮਹੀਨੇ ਦੇ ਤੁਹਾਨੂੰ ਇੰਨੀ ਸੈਲਰੀ ਮਿਲੇਗੀ, ਤੁਸੀਂ ਇੰਨੀ ਇੰਸ਼ੋਰੈਂਸਾਂ ਕਰਨੀਆਂ। ਤਾਂ ਬਿਲਕੁਲ ਇਹਨਾਂ ਨੇ ਜਿਹੜੇ ਪ੍ਰਾਈਵੇਟ ਵਾਲੇ, ਇਹਨਾਂ ਨੇ ਬੈਂਕ ਦੀ ਡੈਫੀਨੇਸ਼ਨ ਹੀ ਚੇਂਜ ਕਰਤੀ ਆ। ਇਹਨਾਂ ਦੇ ਟਾਰਗੇਟ ਹੋਰ ਟਾਈਪ ਦੇ। ਇਹਨਾਂ ਨੂੰ 9 ਵਜੇ ਵੀ ਜਿਹੜੇ ਉੱਥੇ ਦੇ ਮੁਲਾਜ਼ਮ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਫੋਨ ਆ ਜਾਏਗਾ ਤੇ ਫਿਰ ਮੈਨੂੰ ਜਾਣਾ ਪੈਣਾ। ਅੱਛਾ ਜੀ, ਤੁਹਾਨੂੰ ਕੀ ਲੱਗਦਾ, ਦੇਖੋ ਵੀ ਕਿਆ ਸਰਕਾਰ ਦੀ ਮਨਸ਼ਾ ਪਹਿਲਾਂ ਤੋਂ ਸੀ? ਕਿਉਂਕਿ 2014 ਤੋਂ ਜਦੋਂ ਦੀ ਇਹ ਸਰਕਾਰ ਆਈ ਹੈ, ਦੇਖਿਆ ਜਾ ਰਿਹਾ ਲਗਾਤਾਰ ਜਿਹੜੇ FD ਦੇ ਰੇਟ ਆਫ ਇੰਟਰਸਟ ਹੈ ਫਿਕਸਡ ਡਿਪੋਜ਼ਿਟ ਦੇ, ਉਹਦੇ ਘਟਾਏ ਜਾ ਰਹੇ ਹੈ। ਤੇ ਹੁਣੇ ਪਹਿਲੇ ਜਦੋਂ ਅਸੀਂ ਗੱਲ ਕਰੀਏ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਉਦੋਂ ਕਰੀਬ 8 ਜਾਂ 9% ਰੇਟ ਹੁੰਦਾ ਸੀਗਾ FD ਦਾ। ਹੁਣ ਜਿਹੜਾ ਹੌਲੀ ਹੌਲੀ ਘਟ ਕੇ 5 ਜਾਂ 5.5 ਰਹਿ ਗਿਆ। ਤੇ ਐਸੀ ਚਰਚਾ ਕੀਤੀ ਹੋ ਰਹੀ ਹੈ ਕਿ ਵੀ ਇਹ ਹੌਲੀ ਹੌਲੀ ਇਹਨਾਂ ਦੀ ਇਹ ਮਨਸ਼ਾ ਵੀ ਇਹਨੂੰ ਜ਼ੀਰੋ ਤੇ ਲੈਂਦਾ ਜਾਏ। ਤੇ ਜਿਵੇਂ ਫੋਰਨ 'ਚ ਹੁੰਦਾ ਹੈ, ਤੁਹਾਨੂੰ ਬੈਂਕਾਂ 'ਚ ਪੈਸੇ ਰੱਖਣ ਲਈ ਤੁਹਾਨੂੰ ਪੈਸੇ ਦੇਣੇ ਪਿਆ ਕਰਨੇ, ਨਾ ਕਿ ਬੈਂਕ ਤੁਹਾਨੂੰ ਕੋਈ ਵਿਆਜ ਦੇਗਾ। ਵੀ ਇਹ ਕਿੰਨਾ ਸੱਚ ਹੈ? ਦੇਖੋ ਜੀ, ਫਿਲਹਾਲ ਜਿਹੜੀ ਬੈਂਕਿੰਗ ਇੰਡਸਟਰੀ ਆ ਉਹ ਤਾਂ ਇਸੇ ਪਾਸੇ ਜਾ ਰਹੀ ਹੈ। ਜਿਹੜਾ ਸਾਡਾ ਭਾਰਤ ਸਰਕਾਰ ਦਾ ਇੱਕ ਸੋਚ ਹੈ ਜਿਹੜੀ, ਉਹ ਇਹੀ ਆ ਵੀ ਇਹ ਰੇਟ ਜਿਹੜਾ ਹੁਣ ਇੱਕ ਰਿਟਾਇਰ ਬੰਦਾ ਵਾ, ਸੀਨੀਅਰ ਸਿਟੀਜ਼ਨ ਆ, ਉਹਦਾ ਜਿਹੜੇ ਇੱਕ ਰੋਜੀ ਰੋਟੀ ਦਾ ਸਾਰਾ ਉਹ ਸਿਰਫ ਵਿਆਜ ਆ ਜਿਹੜਾ ਰਿਟਾਇਰਮੈਂਟ 'ਤੇ ਉਹਨੂੰ ਮਿਲਦਾ। ਹੁਣ ਵਿਆਜ ਵੀ ਉਹਦਾ ਘੱਟ ਕਰੇਗਾ, ਉਹ ਕੀ ਕਰਨਗੇ? ਨਹੀਂ, ਇਹਨੂੰ ਖਤਮ ਕਰਨ ਜਾ ਰਹੀ ਹੈ ਹੌਲੀ ਹੌਲੀ। ਉਹ ਦੇਖੋ ਕਿੱਥੇ ਆ ਗਏ, 5 ਤੇ ਆ ਗਿਆ। ਮਤਲਬ ਤੁਹਾਨੂੰ ਲੱਗਦਾ ਇਹ ਉਸ ਦਿਸ਼ਾ ਵੱਲ ਜਾ ਰਹੇ ਆ? ਮਤਲਬ ਇਹ ਪਲਾਨਿੰਗ ਅੱਜ ਦੀ ਨਹੀਂ, ਫਿਰ ਬਹੁਤ ਪੁਰਾਣੀ ਹੈ ਕਿ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਤਾ ਜਾਵੇ, ਕਿਉਂਕਿ ਇਹ ਰੇਟ ਆਫ ਇੰਟਰਸਟ ਵਧਣੇ ਨਹੀਂ, ਹੁਣ ਇਹ ਘਟਣੇ ਆ। ਅੱਛਾ, ਇੱਕ ਨਹੀਂ ਮੈਨੂੰ ਸਮਝ ਆਉਂਦੀ, ਮੈਂ ਤੁਹਾਨੂੰ ਸ਼ਾਇਦ ਤੁਹਾਡੇ ਨਾਲ ਜੁੜਿਆ ਸਵਾਲ ਤਾਂ ਨਹੀਂ ਹੈ, ਤੁਸੀਂ ਵੀ ਬੈਂਕ 'ਚ ਕੰਮ ਕਰਦੇ ਹੋ, ਤੁਸੀਂ ਜੇ ਤੁਹਾਡੀ ਸੈਲਰੀ ਹੈ ਤਾਂ ਤੁਸੀਂ ਟੈਕਸ ਦਿੰਦੇ ਹੋ। ਮੈਂ ਵਪਾਰੀ ਜਿਵੇਂ ਵਪਾਰ ਕਰਦਾ ਤੇ ਮੈਂ ਟੈਕਸ ਦੇਣਾ ਸਰਕਾਰ ਨੂੰ, ਸਾਰੀ ਉਮਰ ਟੈਕਸ ਦੇਣਾ। ਤੇ ਇੱਕ ਸਟੇਜ ਮੇਰੀ ਐਸੀ ਆ ਜਾਂਦੀ ਹੈ
ਕਿ ਮੈਂ ਕੰਮ ਕਰਨ ਦੇ, ਦੇਖੋ ਬੁਢਾਪਾ ਆਣਾ ਹੀ ਹੈ, ਹਰ ਬੰਦੇ ਨੂੰ ਆਣਾ, ਤੇ ਕਿਆ ਸਰਕਾਰ ਮੈਨੂੰ ਉਹਦੇ ਚੋਂ ਕੁਝ ਵਾਪਸ ਕਰੂਗੀ ਵੀ ਉਹ ਮੇਰੇ ਦਿੱਤੇ ਹੋਏ ਪੈਸੇ ਚੋਂ ਹੀ ਮੈਨੂੰ ਕਦੀ ਵਾਪਸ ਕਰੇ? ਸਰਕਾਰ ਦਾ ਤਾਂ ਧਿਆਨ ਹੀ ਕੋਈ ਨਹੀਂਗਾ। ਨਹੀਂ ਜੀ ਨਹੀਂ, ਕੋਈ ਧਿਆਨ ਨਹੀਂ। ਬਿਲਕੁਲ ਸਹੀ ਸਵਾਲ ਤੁਸੀਂ ਕੀਤਾ, ਜਦ ਕਿ ਇਹ ਚੀਜ਼ ਫੋਰਨ ਦੀ ਨਹੀਂ ਉਹ ਅਡਾਪਟ ਕਰ ਰਹੇ। ਫੋਰਨ 'ਚ ਜੇ ਤੁਸੀਂ ਟੈਕਸ ਦਿੰਦੇ ਹੋ, ਤੁਹਾਨੂੰ ਬੁਢਾਪੇ ਦੇ ਵਿੱਚ ਉਹਦੇ ਪੂਰਾ ਡਾਟਾ ਕੱਢ ਕੇ ਉਸ ਹਿਸਾਬ ਨਾਲ ਤੁਹਾਡੀ ਪੈਨਸ਼ਨ ਲਾਈ ਜਾਂਦੀ ਆ, ਪਰ ਇੱਥੇ ਨਹੀਂ ਉਹ ਕੰਮ ਹੈਗਾ। ਇੱਥੇ ਰੇਟ ਆਫ ਇੰਟਰਸਟ ਘਟਾਉਣਾ ਜਿਹੜਾ ਇਹਨਾਂ ਨੂੰ ਸੂਟ ਕਰਦਾ, ਉਹ ਚੀਜ਼ ਇਹ ਚੁੱਕ ਲੈਂਦੇ, ਉਹ ਅਡਾਪਟ ਕਰ ਲੈਂਦੇ ਆ, ਉਹ ਅਡਾਪਟ ਕਰ ਲੈਂਦੇ ਆ। ਜਿੱਥੇ ਨੁਕਸਾਨ ਹੁੰਦਾ ਉਹ ਨਹੀਂ ਕਰਦੇ। ਮੈਂ ਨੁਕਸਾਨ ਨਹੀਂ ਕਰਦਾ, ਜਾਂ ਜਿੱਥੇ ਇਹਨਾਂ ਦੀ ਮਨਸ਼ਾ ਨਹੀਂ ਵੀ ਸੀ ਦੇਣਾ, ਮਨਸ਼ਾ ਨਹੀਂ ਹੈਗੀ। ਅੱਛਾ, ਇੱਕ ਇਹ ਵੀ ਹੈ ਵੀ ਤੁਸੀਂ ਜਿਵੇਂ ਕਿਹਾ ਵੀ NPA ਹੋ ਗਿਆ 10 ਲੱਖ ਕਰੋੜ, ਬਹੁਤ ਵੱਡੀ ਅਮਾਊਂਟ ਹੁੰਦੀ ਹੈ। ਆਮ ਬੰਦਾ ਤੇ ਮੰਨ ਲਓ ਮੈਂ ਲੋਨ ਲੈਣਾ ਹੈ, ਕਰਜ਼ ਲੈਣਾ ਤੁਹਾਡੇ ਕੋਲੋਂ 5 ਲੱਖ ਦਾ, 50,000 ਦਾ ਵੀ ਲੈਣਾ, ਤੇ ਜਾਂ ਮੈਂ ਘਰ ਬਣਾਉਣ ਵਾਸਤੇ ਲੋਨ ਲੈਣਾ ਹੈ, ਤੁਸੀਂ 70 ਜਗ੍ਹਾ ਸਾਈਨ ਕਰਾਉਂਦੇ ਹੋ, ਤੇ ਜੇ ਮੈਂ ਆਮ ਬੰਦਾ ਕਰਜ਼ ਵਾਪਸ ਦਾ ਪੈਸਾ ਵਾਪਸ ਨਹੀਂ ਕਰਦਾ, ਤੇ ਬਹੁਤ ਸਾਰੀਆਂ ਫਾਰਮੈਲਿਟੀਜ਼ ਨੇ, ਤੁਸੀਂ ਉਹਦੀ ਘਰ ਤੇ ਕਬਜ਼ਾ ਵੀ ਕਰ ਲੈਂਦੇ ਹੋ। ਐਸੇ ਕਈ ਕੇਸਿਸ ਮੈਂ ਦੇਖੇ। ਤੇ ਕਿਆ ਜਿਹੜੇ ਵੱਡੇ ਲੋਕ ਜਿਹੜੇ ਸੋ ਕਾਲਡ ਜਿਹੜੇ ਹੈ ਤੁਸੀਂ ਦੱਸ ਰਹੇ ਹੋ, ਜਿਨ੍ਹਾਂ ਨੇ ਫਰਾਡ ਕੀਤਾ ਜਾਂ ਬੈਂਕ ਦਾ ਪੈਸਾ ਜਿਹੜਾ ਖਾ ਲਿਆ, ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ? ਤੇ ਜੇ ਨਹੀਂ ਹੁੰਦੀ, ਉਹਦੇ ਲਈ ਕੌਣ ਜ਼ਿੰਮੇਦਾਰ ਹੈ? ਦੇਖੋ ਜੀ, ਜਿਹੜੇ ਸਰਕਾਰੀ ਬੈਂਕਾਂ ਦੇ ਥਰੂ ਵੱਡੇ ਘਰਾਣਿਆਂ ਨੂੰ ਜੇ ਲੋਨ ਦਿੱਤਾ ਗਿਆ ਵਾ, ਉਹਦੀ ਕਾਰਵਾਈ ਹੁੰਦੀ ਹੈ, ਕਿਉਂਕਿ ਸਾਡਾ ਸਿਸਟਮ ਇਸ ਤਰ੍ਹਾਂ ਦਾ ਵਾ, ਸਾਨੂੰ ਐਜ਼ ਪਰ ਗੌਰਮੈਂਟ ਗਾਈਡਲਾਈਨ ਚੱਲਣਾ ਪੈਂਦਾ। ਪ੍ਰਾਈਵੇਟ ਬੈਂਕਾਂ ਦੇ ਵਿੱਚ ਬੈਕਡੋਰ ਤੋਂ ਬੜਾ ਕੁਝ ਹੁੰਦਾ ਵਾ, ਤੁਹਾਡੇ ਸਾਹਮਣੇ ਆ, ਮਾਲੀਆ ਭੱਜ ਗਿਆ, ਮੋਦੀ ਭੱਜ ਗਿਆ, ਨੀਰਵ ਮੋਦੀ ਭੱਜ ਗਿਆ, ਇਸ ਤਰ੍ਹਾਂ ਦੇ ਬੜੇ ਵੱਡੇ ਘਰਾਣੇ ਜਿਹੜੇ ਆ ਉਹ ਭੱਜ ਗਏ ਆ, ਤੇ ਉਹਨਾਂ ਕੋਲ ਰਿਕਵਰੀ ਦਾ ਜੇ ਕੋਈ ਚਾਂਸ ਨਹੀਂ ਲੱਗਦਾ। ਉਹਨਾਂ ਦੀ ਜਿਹੜੀ ਪ੍ਰਾਪਰਟੀ ਆ, ਜਿਹੜੀ ਕੋਈ ਉਹਨਾਂ ਦੀ ਜਾਇਦਾਦ ਆ, ਉਹੀ ਕੁਰਕ ਕਰ ਰਹੇ ਆ। ਨਹੀਂ, ਇਸ ਜਿਹੜਾ 10 ਲੱਖ ਕਰੋੜ ਰੁਪਇਆ ਜਿਹੜਾ NPA ਹੋਇਆ, ਉਹ ਇਕੱਲਾ ਪ੍ਰਾਈਵੇਟਾਂ ਦਾ ਤਾਂ ਹੋਇਆ ਨਹੀਂ, ਸਰਕਾਰੀ ਦਾ ਵੀ ਤਾਂ ਹੋਇਆ। ਸਰਕਾਰੀ ਦਾ ਵੀ ਹੋਇਆ, ਬਿਲਕੁਲ ਹੋਇਆ। ਹਾਂ, ਤੇ ਉਹੀ ਮੇਰਾ ਸਵਾਲ ਹੈ ਵੀ ਆਮ ਬੰਦੇ ਕੋਲ ਤੇ ਤੁਸੀਂ ਰਿਕਵਰ ਕਰਨ ਵਾਸਤੇ ਬਹੁਤ ਸਾਰੀਆਂ ਜਿਹੜੇ ਤੁਸੀਂ ਹਥਕੰਡੇ ਅਪਣਾਉਂਦੇ ਹੋ, ਤੇ ਜਿਹੜਾ ਵੱਡਾ ਬੰਦਾ ਹੈ ਉਹਦੇ ਕੋਲ ਰਿਕਵਰ ਕਰਨ ਵਾਸਤੇ ਤੁਹਾਡੇ ਕੋਲ ਤੇ ਸਰਕਾਰ ਤੇ ਨਾਮ ਦੱਸਣ ਨੂੰ ਤਿਆਰ ਨਹੀਂ ਗਈ ਵੀ ਉਹ ਕੌਣ ਲੋਕ ਨੇ। ਉਹਦੇ ਲਈ ਤੁਸੀਂ, ਇਹੀ ਸਾਡਾ ਪਹਿਲਾ ਹੀ ਸਵਾਲ ਉਹਨਾਂ ਨੂੰ, ਸਰਕਾਰ ਨੂੰ, ਇਹ ਵੀ ਤੁਸੀਂ ਨਾਂ ਤੇ ਦੱਸੋ ਵੀ ਹੋ ਸਕਦਾ ਤੁਸੀਂ ਉਹਨਾਂ ਨੂੰ ਦੁਬਾਰਾ ਲੋਨ ਦੇਈ ਜਾਓ ਜਿਹੜੇ ਆਲਰੇਡੀ ਸਾਡੇ ਕੋਲ ਲੋਨ ਕਰਾ ਵਾ। ਅੱਛਾ, ਤੁਹਾਡੀ ਹੁਣ ਸਰਕਾਰ ਨਾਲ ਮੀਟਿੰਗ ਹੋਈ? ਦੇਖੋ 2 ਦਿਨ ਅੱਜ ਦੀ ਹੜਤਾਲ ਪੂਰਾ ਦਿਨ ਰਹੀ, ਕੱਲ੍ਹ ਵੀ ਪੂਰਾ ਦਿਨ ਹੜਤਾਲ ਹੈ। ਕਿਆ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲ ਹੋਈ ਤੁਹਾਡੀ? ਇਹ ਤੋਂ 2 ਦਿਨ ਪਹਿਲਾਂ ਜਿਹੜੀ ਕੱਲ੍ਹ ਮੀਟਿੰਗ ਹੋਈ ਹੈ, ਮੀਟਿੰਗ ਉਹ ਸਾਡੀ ਕਿਸੇ ਜਗ੍ਹਾ ਤੇ ਮੁੱਕੀ ਨਹੀਂ। ਮਤਲਬ ਉਹ ਕੀ ਕਹਿੰਦੇ ਆ ਵੀ ਉਹ ਆਪਣੇ ਅੜੇ ਹੋਏ ਆ ਬਿੱਲ ਤੇ, ਵੀ ਅਸੀਂ ਉਹ ਬਿੱਲ ਲੈਣਾ ਹੀ ਲੈਣਾ, ਤਾਂ ਹੀ ਸਾਨੂੰ ਜਾਣਾ ਪਿਆ। ਦੇਖੋ ਭੰਡਾਰੀ ਸਾਹਿਬ, ਜਿਹੜਾ ਹੜਤਾਲ ਕਰਨਾ ਇਹ ਸਾਡਾ ਸ਼ੌਂਕ ਨਹੀਂ ਆ, ਅਸੀਂ ਆਪਣੀ ਸੈਲਰੀ ਕਟਾ ਕੇ ਹੜਤਾਲ ਕਰ ਰਹੇ ਹਾਂ। ਸਾਡੇ ਜਿਹੜੇ ਕਸਟਮਰ ਨੇ, ਸਾਡੇ ਗ੍ਰਾਹਕ ਨੇ, ਜਿਨ੍ਹਾਂ ਨੂੰ ਵਿਸ਼ਵਾਸ ਆ ਨੈਸ਼ਨਲਾਈਜ਼ ਬੈਂਕਾਂ ਦੇ ਉੱਤੇ, ਉਹ ਵੀ 2 ਦਿਨ ਲਈ ਖੱਜਲ ਖਰਾਬ ਨਹੀਂ ਉਹਨਾਂ ਕੋਈ ਮਾਂਗੇ, ਪਰ ਅਸੀਂ ਉਹਨਾਂ ਵਾਸਤੇ ਹੀ ਇਹ ਸਟ੍ਰਾਈਕ ਕਰ ਰਹੇ ਹਾਂ। ਤੇ ਇਨਡੈਫੀਨਿਟ ਸਟ੍ਰਾਈਕ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜੇ ਮੰਨ ਲਓ ਨਹੀਂ ਮੰਨੀ, ਤੁਸੀਂ ਕਿਹਾ ਵੀ ਕਿਸਾਨ ਅੰਦੋਲਨ ਤਾਂ 375 ਦਿਨ ਕਰੀਬ 12.5 ਮਹੀਨੇ ਚੱਲਿਆ ਹੈ, ਵੀ ਤੁਸੀਂ ਵੀ ਹੁਣ ਤਿਆਰ ਹੋ ਕਿ ਇਹ ਲੰਬੀ ਲੜਾਈ ਲੜੋਗੇ ਸਰਕਾਰ ਦੇ ਨਾਲ, ਵੀ ਬੈਂਕ ਬੰਦ ਕਰ ਦਿਓਗੇ? ਬਿਲਕੁਲ ਜੀ, ਬਿਲਕੁਲ। ਇਹ ਸਾਨੂੰ ਉਸ ਦਿਸ਼ਾ ਵੱਲ ਜਾਣਾ ਪਏਗਾ। ਹਜੇ ਜਿਸ ਤਰ੍ਹਾਂ ਇਹਨਾਂ ਦਾ ਸਰਕਾਰ ਦਾ ਅੜੀਆ ਰਵੱਈਆ ਵਾ, ਅਜੇ ਤੱਕ ਕੋਈ ਇਹਨਾਂ ਦੇ ਸਿਰ ਤੇ ਜੂੰ ਨਹੀਂ ਸਿਰਕੀ। ਤੇ ਸਾਡੀ ਜਿਹੜੀ ਯੂਨਾਈਟਿਡ ਫਰੰਟ ਆ, ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਨਡੈਫੀਨਿਟ ਸਰਕਾਰ ਤੇ ਹੜਤਾਲ ਤੇ ਜਾਵਾਂਗੇ ਜੇਕਰ ਇਹਨਾਂ ਨੇ ਉਹ ਬਿੱਲ ਉੱਤੇ ਪੇਸ਼ ਕੀਤਾ। ਇਹ ਕਦੋਂ ਬਿੱਲ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਤੇ ਕਦੋਂ ਤੋਂ ਤੁਸੀਂ ਇਸੇ ਸੈਸ਼ਨ ਜੀ ਕਰ ਰਹੇ ਹੋ? ਚਲੋ, ਤੁਸੀਂ ਕੁਝ ਹੋਰ ਦੱਸਣਾ ਚਾਹੋ? ਨਹੀਂ, ਬਸ ਮੈਂ ਇਹ ਕਹਿੰਦਾ ਵੀ ਜਿਹੜੇ ਸਾਡੇ ਗ੍ਰਾਹਕ ਨੇ, ਅਸੀਂ ਉਹਨਾਂ ਨੂੰ ਵਿਸ਼ਵਾਸ ਦਿੰਦੇ, ਅਸੀਂ ਤੁਹਾਡੀ ਜਿਹੜੀ ਇਹ ਪੂੰਜੀ ਆ ਉਹਦੀ ਰੱਖਿਆ ਲਈ ਅਸੀਂ ਇਹ ਹੜਤਾਲ ਕਰ ਰਹੇ ਹਾਂ। ਇਹ ਸਾਡੀ ਮਜਬੂਰੀ ਆ, ਪ੍ਰਾਈਵੇਟੇਸ਼ਨ ਨੂੰ ਰੋਕਣਾ ਵਾ, ताकि अं लोगों का पैसा सुरक्षित रख सकिए। ये देखिए, ये थे जसवंत सिंह कारला, पंजाब एंड सिंध बैंक ऑफिसर फेडरेशन के चेयरमैन है। किस तरह उन्होंने बताया है कि पिछले 1 साल के दौरान 2,80,000 करोड़ रुपया NPA हो गया और करीब जो सरकारी नेशनलाइज जो और प्राइवेट बैंक हैं इनका 10 लाख करोड़ रुपया NPA हो चुका है, यानी कि नॉन प्रॉफिट एसेट्स। रिकवरी की कोई उम्मीद नहीं है। सरकार उनके नाम तक बताने को तैयार नहीं है कि कौन लोग हैं जिन्होंने ये बैंकों का पैसा खाया है। इनका कहना है कि सरकार से हमारी लड़ाई जारी रहेगी। अब इसी को लेकर ये सुप्रीम कोर्ट में जाएंगे, बात कर रहे हैं कि जाएंगे, अब जाएंगे या नहीं। किस तरह किसानों ने एक बड़ा संघर्ष लड़ा और कामयाबी हासिल की, अब क्या बैंक कर्मियों को भी उसी तरह का संघर्ष करना पड़ेगा, ये तो आने वाला समय ही बताएगा। लेकिन ये तय है कि हमारा देश किस तरफ जा रहा है, हम सबको इस तरफ सोचने की जरूरत है। हम छोटी छोटी अपनी फायदों के पीछे ना भागें, अपने देश के बारे में भी सोचें, क्योंकि देश रहेगा तो हम और हमारी आने वाली नस्लें भी सुरक्षित रहेंगी। अमृतसर से D4 न्यूज के लिए दीपक भंडारी की खास रिपोर्ट।